ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਜੇ ਦੇਖਿਆ ਜਾਵੇ ਤਾਂ ਜਿਹੜੀ ਕਾਂਗਰਸ ਦੇ ਹਾਲਾਤ ਨੇ ਉਹ ਓਵਰਆਲ ਤਕਰੀਬਨ ਪਤਲੇ ਪੈਂਦੇ ਤੁਰੇ ਜਾ ਰਹੇ ਨੇ ਵੱਖ-ਵੱਖ ਸੂਬਿਆਂ ਦੇ ਵਿੱਚ। ਕਿਸੇ ਸਮੇਂ ਕਾਂਗਰਸ ਦਾ ਪਰਚਮ ਪੂਰੇ ਮੁਲਕ ਦੇ ਵਿੱਚ ਲਹਿਰਾਉਂਦਾ ਹੁੰਦਾ ਸੀ ਔਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਸੀ। ਅੱਜ ਵੀ ਹੈ, ਇਹ ਨਹੀਂ ਹੈ ਕਿ ਕਾਂਗਰਸ ਖਤਮ ਹੋ ਗਈ ਆ, ਪਰ ਕਾਂਗਰਸ ਰਾਜਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੌਲੀ ਹੌਲੀ ਮੁੱਕਦੀ ਤੁਰੀ ਜਾ ਰਹੀ ਹੈ, ਉਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਜਿਹੜਾ ਉਹ ਰਿਲੈਕਸ ਕਰਨ ਵਾਲੀ ਸਥਿਤੀ ਦੇ ਵਿੱਚ ਹੈ। ਔਰ ਇਹ ਵੀ ਸਵਾਲ ਨੇ ਕਿ ਕੀ ਫਿਰ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਕੀ ਕੋਈ ਨਵੀਂ ਪਾਰਟੀ ਉੱਠੇਗੀ, ਜਾਂ ਜਿਹੜੀ ਰੀਜਨਲ ਪੋਲਿਟਿਕਸ ਹੈ, ਖੇਤਰੀ ਪਾਰਟੀਆਂ ਦੀ ਜਿਹੜੀ ਰਾਜਨੀਤੀ ਆ, ਉਹਦੇ ਵਿੱਚ ਕੋਈ ਨਵੀਂ ਚੇਂਜ ਵੇਖਣ ਨੂੰ ਮਿਲੂਗੀ ਆਉਂਦੇ ਸਮੇਂ ਦੇ ਦੌਰਾਨ। ਜਿਹੜੀ ਕਾਂਗਰਸ ਹੈ ਉਹ ਹੁਣ ਕੁਝ ਰਾਜਾਂ ਤੱਕ ਸਿਮਟ ਕੇ ਜਿਹੜਾ ਰਹਿ ਗਈ ਹੈ। ਪਿਛਲੀਆਂ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੋਈਆਂ ਨੇ, ਉਹਦਾ ਪੱਛਮੀ ਬੰਗਾਲ ਦੇ ਵਿੱਚੋਂ ਪੱਤਾ ਸਾਫ਼ ਹੋ ਗਿਆ। ਕੇਰਲਾ ਦੇ ਵਿੱਚ ਉਹ ਕਿਤੇ ਨਹੀਂ, ਜਿੱਥੇ ਮਾੜੀ ਮੋਟੀ ਰੜਕੀ ਆ ਉੱਥੋਂ ਦੀਆਂ ਖੇਤਰੀ ਪਾਰਟੀਆਂ ਦੇ ਨਾਲ ਚੋਣ ਗੱਠਜੋੜ ਕਰਕੇ ਉਹ ਰੜਕੀ ਹੈ। ਬਿਹਾਰ ਦੀਆਂ ਜਦੋਂ ਚੋਣਾਂ ਹੋਈਆਂ ਸੀ ਤੇ ਬਿਹਾਰ ਦੇ ਵਿੱਚ ਵੀ ਕਾਂਗਰਸ ਦੀ ਜਿੱਦ ਨੇ ਕਿ ਇੰਨੀਆਂ ਸੀਟਾਂ ਦੇ ਉੱਤੇ ਸਮਝੌਤਾ ਕਰਨਾ। ਉੱਥੇ ਰਾਸ਼ਟਰੀ ਜਨਤਾ ਦਲ ਦੀ ਸਰਕਾਰ ਨਹੀਂ ਸੀ ਵੰਡ ਦਿੱਤੀ ਇੱਕ ਕਿਸਮ ਦੇ ਨਾਲ, ਜੇ ਕੁਝ ਸੀਟਾਂ ਦੇ ਉੱਤੇ, ਕਿਉਂਕਿ ਜਿਵੇਂ ਉਸ ਵੇਲੇ ਤੇਜਸਵੀ ਯਾਦਵ ਦੀ ਚੜ੍ਹਾਈ ਸੀ, ਜਿੰਨੀ ਭੀੜ ਉਹ ਇਕੱਠੀ ਕਰਦਾ ਸੀ, ਜੇ 10-12 ਸੀਟਾਂ ਘੱਟ ਕਾਂਗਰਸ ਨੇ ਲਈਆਂ ਹੁੰਦੀਆਂ, ਸਮਝੌਤਾ ਕੀਤਾ ਹੁੰਦਾ, ਤੇ ਰਾਸ਼ਟਰੀ ਜਨਤਾ ਦਲ ਦੀ ਸਰਕਾਰ ਉੱਥੇ ਬਣ ਜਾਣੀ ਸੀ। ਉਹ ਨਹੀਂ ਬਣ ਸਕੀ। ਪੰਜਾਬ ਦੇ ਵਿੱਚ ਜੋ ਖਲਾਰਾ, ਉਹਦੀ ਵੀ ਗੱਲ ਕਰਦੇ ਹਾਂ, ਜਿਸ ਕਿਸਮ ਦੇ ਨਾਲ ਪਿਆ ਹੋਇਆ। ਜਿਹੜੇ ਜਿਤਨ ਪ੍ਰਸਾਦ ਜਿਹੜੇ ਕਿ ਰਾਹੁਲ ਗਾਂਧੀ ਦੇ ਨੇੜਲੇ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਬਗਾਵਤ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ, ਬੇਸ਼ੱਕ ਇਹ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਵਾਸਤੇ ਕੋਈ ਬਹੁਤਾ ਝਟਕਾ ਨਹੀਂ, ਪਰ ਰਾਹੁਲ ਗਾਂਧੀ ਦੇ ਵਾਸਤੇ ਝਟਕਾ ਤਾਂ ਹੈ, ਕਿਉਂਕਿ ਜਿਹੜੇ ਸਿੰਧੀਆ ਸੀ ਮੱਧ ਪ੍ਰਦੇਸ਼ ਚੋਂ, ਉਹ ਵੀ ਰਾਹੁਲ ਗਾਂਧੀ ਦੀ ਟੀਮ ਦੇ ਖਾਸਮ ਖਾਸ ਮੰਨੇ ਜਾਂਦੇ ਸਨ। ਉਹਨਾਂ ਦਾ ਬਗਾਵਤ ਕਰਕੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਆਉਣਾ, ਉਹਦੇ ਵਿੱਚ ਚਲੇ ਜਾਣਾ, ਕਾਂਗਰਸ ਦੀ ਸਰਕਾਰ ਹੀ ਤੋੜ ਦੇਣਾ ਕਮਲਨਾਥ ਹੋਰਾਂ ਵਾਲੀ। ਕਾਂਗਰਸ ਨੇ ਸਮਾਂ ਰਹਿੰਦਿਆਂ ਉੱਥੇ ਕਾਂਗਰਸ ਹਾਈ ਕਮਾਂਡ ਨੇ ਐਕਸ਼ਨ ਨਹੀਂ ਦਿਖਾਇਆ, ਉਹਨੇ ਡਿਲੇ ਹੋ ਜਾਣ ਦਿੱਤਾ, ਜਿਹਦੇ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਡੇ ਬਾਈ ਡੇ ਜਿਹੜੇ ਸਿੰਧੀਆ ਸੀ ਉਹਨਾਂ ਦੀ ਨਾਰਾਜ਼ਗੀ ਵੱਧਦੀ ਨਾਰਾਜ਼ਗੀ ਇੱਥੋਂ ਤੱਕ ਚਲੇਗੀ ਕਿ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ। ਆਪਣੇ ਨਾਲ ਇੰਨੇ ਕੁ ਵਿਧਾਇਕ ਲੈ ਗਏ ਕਿ ਕਮਲਨਾਥ ਦੀ ਸਰਕਾਰ ਜਿਹੜੀ ਸੀ ਉਹ ਘੱਟ ਗਿਣਤੀ ਦੇ ਵਿੱਚ ਆ ਗਈ, ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਿਨਾਂ ਜਿੱਤੇ ਤੋਂ ਦੁਬਾਰਾ ਫੇਰ ਉੱਥੇ ਬਣ ਗਈ। ਰਾਜਸਥਾਨ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਪ੍ਰੈਕਟਿਸ ਜਿਹੜੀ ਉਸ ਟਾਈਮ ਸ਼ੁਰੂ ਹੋਈ। ਸਚਿਨ ਪਾਇਲਟ ਦੀ ਬਗਾਵਤ ਉੱਥੇ ਹੋਈ ਰਾਜਸਥਾਨ ਦੇ ਵਿੱਚ ਕਰੀਬ 10 ਮਹੀਨੇ ਪਹਿਲਾਂ, ਔਰ ਉਦੋਂ ਉਹਨਾਂ ਕੋਲੇ ਇੰਨੇ ਇੱਕ ਵਿਧਾਇਕ ਨਹੀਂ ਸੀਗੇ ਕਿ ਗਹਿਲੋਤ ਸਰਕਾਰ ਟੁੱਟ ਸਕਦੀ, ਪਰ ਕੋਸ਼ਿਸ਼ ਬੜੀ ਹੋਈ। ਔਰ ਜਿਵੇਂ ਉਹਨਾਂ ਨੂੰ ਹਰਿਆਣੇ ਦੇ ਵਿੱਚ ਲਿਆ ਕੇ ਠਹਿਰਾਇਆ ਗਿਆ, ਉਹਨਾਂ ਦਿਨਾਂ ਦੇ ਦੌਰਾਨ ਕੁਝ ਵਿਧਾਇਕਾਂ ਨੂੰ ਕਿਵੇਂ ਹੋਟਲਾਂ ਦੇ ਵਿੱਚ ਰੱਖਿਆ ਗਿਆ, ਉਹ ਸਭ ਨੂੰ ਪਤਾ ਸੀਗਾ ਕਿ ਲਗਭਗ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਸਰਕਾਰ ਟੁੱਟ ਜੇ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਪਾਰਟੀ ਆ ਉਹਦੇ 'ਚ ਰਾਜਸਥਾਨ ਦੇ ਵਿੱਚ ਸਭ ਅੱਛਾ ਹੁੰਦਾ ਤੇ ਸ਼ਾਇਦ ਉਦੋਂ ਟੁੱਟ ਜਾਂਦੀ, ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਉੱਥੇ ਜਿਹੜੀ ਵਸੁੰਧਰਾ ਰਾਜੇ ਸਿੰਧੀਆ ਹੈ, ਉਹਨਾਂ ਦੇ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਬਹੁਤੇ ਤਾਲੁਕ ਠੀਕ ਨਹੀਂ ਗਏ, ਜਿਹਦੇ ਕਰਕੇ ਉਹਨਾਂ ਨੇ ਜ਼ੋਰ ਨਹੀਂ ਲਾਇਆ ਉਦੋਂ। ਜੇ ਉਹ ਜ਼ੋਰ ਲਾਉਂਦੇ ਤੇ ਉਦੋਂ ਸਰਕਾਰ ਤੋੜ ਸਕਦੇ ਸੀਗੇ ਗਹਿਲੋਤ ਵਾਲੀ, ਉਹ ਟੁੱਟੀ ਨਹੀਂ ਤੇ ਕਾਂਗਰਸ ਦੀ ਖੁਸ਼ਕਿਸਮਤੀ ਕਿ ਉਹ ਬਚ ਗਈ ਸਰਕਾਰ। ਹੁਣ ਜਦੋਂ ਜਿਤਨ ਪ੍ਰਸਾਦ, ਕਿਉਂਕਿ ਇੱਕ G23 ਗਰੁੱਪ ਹੈ, G23 ਉਹਨੂੰ ਕਿਹਾ ਜਾਂਦਾ, ਜਿਨ੍ਹਾਂ ਨੇ ਚਿੱਠੀ ਲਿਖੀ ਸੀਗੀ ਕਾਂਗਰਸ ਦੇ ਪ੍ਰਧਾਨ ਨੂੰ, ਔਰ ਇਹ ਆਖਿਆ ਸੀਗਾ ਕਿ ਕਾਂਗਰਸ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾਣ, ਕਾਂਗਰਸ ਦੀ ਵਾਗਡੋਰ ਕਿਸੇ ਅਜਿਹੇ ਨੇਤਾ ਦੇ ਹੱਥ ਦੇ ਵਿੱਚ ਦਿੱਤੀ ਜਾਵੇ ਜਿਹਦਾ ਕਿ ਗਰਾਊਂਡ ਦੇ ਉੱਤੇ ਉਹਦੀ ਪਕੜ ਮਜ਼ਬੂਤ ਹੋਵੇ। ਜੇ ਦੇਖਿਆ ਜਾਵੇ ਤਾਂ ਜਿਹੜੇ ਜੰਮੂ ਕਸ਼ਮੀਰ ਦੇ ਵਿੱਚੋਂ ਆਉਂਦੇ ਸੀਗੇ ਗੁਲਾਮ ਨਬੀ ਆਜ਼ਾਦ ਹੁਰੀ,
ਉਹ ਰਾਜ ਸਭਾ ਤੋਂ ਰਿਟਾਇਰ ਹੋ ਗਏ। ਜਿਹੋ ਜਿਹਾ ਰਾਜ ਸਭਾ ਦੇ ਵਿੱਚ ਉਹਨਾਂ ਦਾ ਭਾਸ਼ਣ ਸੀਗਾ, ਉਹਨਾਂ ਦੀਆਂ ਭਾਰਤੀ ਜਨਤਾ ਪਾਰਟੀ ਦੇ ਨਾਲ ਨਜ਼ਦੀਕੀਆਂ ਸਭ ਨੂੰ ਪਤਾ ਨੇ ਕਿ ਕਿੰਨੀਆਂ ਉਹਨਾਂ ਦੀਆਂ ਨਜ਼ਦੀਕੀਆਂ ਸਨ। ਇਹ ਨਜ਼ਦੀਕੀਆਂ ਉਹਨਾਂ ਨੂੰ ਆਉਂਦੇ ਦਿਨਾਂ ਦੇ ਦੌਰਾਨ ਕਿੱਥੇ ਲੈ ਜਾਣਗੀਆਂ, ਇਹ ਬੜਾ ਵੱਡਾ ਸਵਾਲ ਹੈ। ਕਪਿਲ ਸਿੱਬਲ ਹੋਰਾਂ ਦਾ ਬਿਆਨ ਪਿਛਲੇ ਦਿਨੀ ਆਇਆ ਜਿਤਨ ਪ੍ਰਸਾਦ ਦੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਜਾਣ ਤੋਂ ਬਾਅਦ, ਕਿ ਇਹ ਨਹੀਂ ਹੈਗਾ ਕਿ ਜਿਤਨ ਪ੍ਰਸਾਦ ਦੇ ਨਾਲ ਫਰਕ ਨਹੀਂ ਪਊਗਾ, ਕੁਝ ਫਰਕ ਤਾਂ ਪਊਗਾ। ਦੂਸਰਾ, ਉਹਨਾਂ ਨੇ ਇਹ ਗੱਲ ਆਖੀ ਕਿ ਉਹ ਰਾਹੁਲ ਗਾਂਧੀ ਹੋਰਾਂ ਦੇ ਨੇੜਲਿਆਂ ਦੇ ਵਿੱਚੋਂ ਸਨ। ਆਪਣੇ ਬਾਰੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਇਸ ਜਨਮ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ 'ਚ ਨਹੀਂ ਜਾ ਸਕਦਾ, ਮਤਲਬ ਕਿ ਅਗਲੇ ਜਨਮ ਦੀ ਉਹ ਗਾਰੰਟੀ ਨਹੀਂ ਲੈਂਦੇ। ਉਹ ਜਨਮ ਤੁਹਾਨੂੰ ਪਤਾ ਸਿਆਸੀ ਲੋਕਾਂ ਦਾ ਜਨਮ ਜਿਹੜਾ ਉਹ ਕਿਹੋ ਜਿਹਾ ਹੁੰਦਾ। ਹੁਣ ਇਹ ਜਿਤਨ ਪ੍ਰਸਾਦ ਵਾਲਾ ਮਾਮਲਾ ਜਿਹੜਾ ਸੀ ਉਹ ਦੁਬਾਰਾ ਭਖਣ ਦੇ ਕਰਕੇ ਸਚਿਨ ਪਾਇਲਟ ਨੇ ਫੇਰ ਮੁੱਦਾ ਜਿਹੜਾ ਉਹ ਚੁੱਕ ਲਿਆ ਰਾਜਸਥਾਨ ਦੇ ਵਿੱਚ, ਔਰ ਇਹ ਗੱਲ ਆਖੀ ਕਿ ਜਿਹੜੇ 10 ਮਹੀਨੇ ਪਹਿਲਾਂ ਜਦੋਂ ਵਰਾਇਆ ਗਿਆ ਸੀ ਇਹਨਾਂ ਨੂੰ, ਜਿਹੜੇ ਵਾਅਦੇ ਕੀਤੇ ਗਏ ਸੀ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਅਸ਼ੋਕ ਗਹਿਲੋਤ ਹੋਰਾਂ ਨੇ ਇਹਦੇ ਦੌਰਾਨ ਜਿਹੜਾ ਉੱਥੋਂ ਦੇ ਵਿਧਾਇਕ ਆਪਣੇ ਨਾਲ ਗੰਢਣ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਿਆ। ਬਹੁਜਨ ਸਮਾਜ ਪਾਰਟੀ ਲਗਭਗ ਖਤਮ ਕਰਤੀ, ਜਿੰਨੇ ਕੁ ਉਹਨਾਂ ਦੇ ਵਿਧਾਇਕ ਸੀਗੇ ਉਹ ਕਾਂਗਰਸ ਜੁਆਇਨ ਕਰ ਗਏ, ਸਾਰੇ ਦੇ ਸਾਰੇ। ਉਹਨਾਂ ਦੀ ਵਿਧਾਇਕੀ ਨਹੀਂ ਗਈ ਕਿਉਂਕਿ ਸਾਰੇ ਆ ਗਏ, ਇਸ ਕਰਕੇ ਉਹ ਬੂਸਟ ਦਾ ਕੁਝ ਜਿਹੜਾ ਉਹ ਮਿਲਿਆ। ਹੁਣ ਸਚਿਨ ਪਾਇਲਟ ਨੇ ਫਿਰ ਇੱਕ ਵਾਰੀ ਬਾਗੀ ਸੁਰਾਂ ਅਪਣਾਈਆਂ ਨੇ। ਇਹ ਆਖਿਆ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹਨਾਂ ਦਾ ਕੀ ਬਣਿਆ। ਉਦੋਂ ਜਦੋਂ ਸਚਿਨ ਪਾਇਲਟ ਨੂੰ ਟਿਕਾਇਆ ਗਿਆ ਸੀਗਾ ਤਾਂ ਉਹਦੇ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ ਹੋਰਾਂ ਦਾ ਇੱਕ ਵੱਡਾ ਰੋਲ ਸੀਗਾ। ਉਹਨਾਂ ਨੇ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕਰਕੇ ਉਹਨੂੰ ਸਮਝਾਇਆ ਸੀ ਕਿ ਜਿਹੜਾ ਉਹ ਕੁਝ ਸਮੇਂ ਲਈ ਟਿਕ ਜੇ, ਉਹਨਾਂ ਦੇ ਬੰਦੇ ਉਹਨਾਂ ਨੂੰ ਲੈ ਲਿਆ ਜਾਊਗਾ। ਹਾਲਾਂਕਿ ਜਦੋਂ ਸਚਿਨ ਪਾਇਲਟ ਨੇ ਬਗਾਵਤ ਕੀਤੀ ਸੀ ਤਾਂ ਉਹ ਪਾਵਰਫੁਲ ਸੀ, ਉਹ ਡਿਪਟੀ ਮੁੱਖ ਮੰਤਰੀ ਸੀ, ਉਹ ਉੱਥੋਂ ਦੇ ਰਾਜਸਥਾਨ ਦੀ ਕਾਂਗਰਸ ਦਾ ਪ੍ਰਧਾਨ ਸੀ। ਉਹ ਉਹਦੇ ਤੋਂ ਵਾਪਸ ਜਿਹੜੇ ਉਹ ਲੈ ਲਏ ਗਏ। ਉਹ ਪਾਵਰਫੁਲ ਤਾਂ ਹੈਗਾ ਬਿਨਾਂ ਪਾਵਰ ਤੋਂ ਜਿਹੜਾ ਇਸ ਵੇਲੇ। ਉਹਨੇ ਫਿਰ ਇਹ ਜਿਹੜੀਆਂ ਬਾਗੀ ਸੁਰਾਂ ਅਪਣਾਈਆਂ ਨੇ। ਉਹ ਦਿੱਲੀ ਦੇ ਵਿੱਚ ਮੁਲਾਕਾਤ ਕਾਂਗਰਸ ਹਾਈ ਕਮਾਂਡ ਦੇ ਨਾਲ ਕਰਨੀ ਚਾਹੁੰਦਾ। ਹੁਣ ਕਾਂਗਰਸ ਹਾਈ ਕਮਾਂਡ ਉਹਨੂੰ ਕਿਵੇਂ ਸੰਭਾਲੂਗੀ, ਅਸ਼ੋਕ ਗਹਿਲੋਤ ਹੋਰਾਂ ਨੂੰ ਕਹਿ ਕੇ ਕਿਵੇਂ ਜਿਹੜੀਆਂ ਉਹ ਚੇਂਜਸ ਕਰਵਾਊਗੀ, ਚੇਂਜਸ ਤੋਂ ਭਾਵ ਕਿ ਨਵੇਂ ਮੰਤਰੀ ਜਿਹੜੇ ਉਹ ਲਏ ਜਾਣਗੇ। ਉਹਦੇ ਵਿੱਚ ਪਾਇਲਟ ਖੇਮੇ ਦੇ ਕਿੰਨੇ ਮੰਤਰੀ ਲਏ ਜਾਂਦੇ ਆ, ਇਹ ਆਪਣੇ ਆਪ ਦੇ ਵਿੱਚ ਸਵਾਲ ਰਹੂਗਾ। ਜਿਤਨ ਪ੍ਰਸਾਦ ਦਾ ਵੱਖਰਾ ਜਿਹੜਾ ਉਹ ਝਟਕਾ ਲੱਗਿਆ। ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪੰਜਾਬ ਦੇ ਵਿੱਚ ਜੋ ਹਾਲਾਤ ਪੰਜਾਬ ਕਾਂਗਰਸ ਦੇ ਆਪਸੀ ਕਲੇਸ਼ ਨੇ ਬਣਾਏ ਪਏ ਆ, ਉਹਨੇ ਇੱਥੇ ਪੰਜਾਬ ਦੇ ਵਿੱਚ ਇੱਕ ਪੋਸਟਰ ਜੰਗ ਆਰੰਭੀ ਹੋਈ ਆ। ਉਹ ਕਾਂਗਰਸੀ ਆਪਸ ਦੇ ਵਿੱਚ ਹੀ ਜਿਹੜਾ ਉਹ ਕੈਪਟਨ ਇੱਕੋ ਹੁੰਦਾ ਤੇ ਦੂਜੇ ਜਿਹੜੇ ਪੋਸਟਰ ਨੇ ਉਹ ਕਹਿੰਦੇ ਸਾਰਾ ਪੰਜਾਬ ਸਿੱਧੂ ਦੇ ਨਾਲ, ਜਾਂ ਫਿਰ ਚਾਹੁੰਦਾ ਹੈ ਪੰਜਾਬ ਬੇਅਦਬੀ ਦਾ ਹਿਸਾਬ। ਇਹ ਕੋਈ ਵਿਰੋਧੀ ਧਿਰਾਂ ਥੋੜੀ ਲਾ ਰਹੀਆਂ ਨੇ, ਕਾਂਗਰਸ ਵਾਲੇ ਜਿਹੜੇ ਉਹ ਲਾ ਰਹੇ ਨੇ ਇੱਕ ਦੂਜੇ ਦੇ ਉੱਤੇ ਦੋਸ਼। ਪੰਜਾਬ ਦੇ ਵਿੱਚ ਤਾਂ ਇਸ ਵੇਲੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਕਾਰਨ ਗੋਚਰਾ ਤਾਂ ਕੁਝ ਰਿਹਾ ਹੀ ਨਹੀਂ, ਕਿਉਂਕਿ ਉਹ ਤਾਂ ਮਹਿਜ਼ ਬੈਠ ਕੇ ਵੀਡੀਓਜ਼ ਦੇਖ ਰਹੇ ਨੇ ਕਾਂਗਰਸੀਆਂ ਦੇ ਬਿਆਨ ਪੜ੍ਹ ਰਹੇ ਆ ਔਰ ਕਾਂਗਰਸੀਆਂ ਦੀਆਂ ਦਿੱਲੀ ਫੇਰੀਆਂ ਦਾ ਆਨੰਦ ਮਾਣ ਰਹੇ ਆ ਚੁੱਪ ਕਰਕੇ, ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਨੇ, ਚਾਹੇ ਉਹ ਅਕਾਲੀ ਦਲ ਬਾਦਲ ਵਾਲੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਜੇ ਇਸੇ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਮਹੀਨਾ ਖੰਡ ਹੋਰ ਚੱਲ ਗਿਆ ਤੇ ਉਹਨਾਂ ਨੂੰ ਬਹੁਤੀ ਮਿਹਨਤ ਜਿਹੜੀ ਉਹ ਕਰਨੀ ਨਹੀਂ ਪੈਣੀ, ਵਿਰੋਧੀ ਧਿਰ ਨੂੰ ਆਪੇ ਹੀ ਕਾਂਗਰਸ ਨੇ ਸਾਰਾ ਕੁਝ ਜਿਹੜਾ ਉਹ ਕਰੀ ਜਾਣਾ। ਕਾਂਗਰਸ ਦੀ ਜਿਹੜੀ ਪਾਰਟੀ ਪੰਜਾਬ ਦੀ ਹੈ, ਉਹਨਾਂ ਦੀ ਜਿਹੜੀ ਸਮੱਸਿਆ ਹੈ ਖਾਸ ਤੌਰ ਦੇ ਉੱਤੇ ਕੈਪਟਨ ਸਾਹਿਬ ਗਾਰੰਟਡ ਲੈ ਰਹੇ ਆ ਕਿਸੇ ਵੀ ਚੀਜ਼ ਨੂੰ ਕਿ ਅਗਲੀਆਂ ਚੋਣਾਂ ਤਾਂ ਵੱਟ ਤੇ ਪਈਆਂ ਨੇ, ਉਹ ਤਾਂ ਜਿੱਤੀਆਂ ਲਓ। ਉਹਨਾਂ ਨੂੰ ਇਹ ਲੱਗਦਾ ਕਿ ਕੈਲਕੂਲੇਸ਼ਨ ਇਸ ਤਰ੍ਹਾਂ ਦੀਆਂ ਨੇ ਕਿ ਕਾਂਗਰਸ ਨੂੰ ਕੋਈ ਹਰਾ ਨਹੀਂ ਸਕਦਾ ਤੇ ਉਹ ਗੱਦੀ ਜਿਹੜੀ ਕਿਸੇ ਹੋਰ ਦੇ ਵਾਸਤੇ ਛੱਡਣੀ ਨਹੀਂ ਚਾਹੁੰਦੇ। ਇਹ ਮੰਨਣ ਵਾਲੀ ਆ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੁਰੀ ਬਹੁਤ ਵਧੀਆ ਐਡਮਿਨਿਸਟ੍ਰੇਟਰ ਮੰਨੇ ਜਾਂਦੇ ਹੁੰਦੇ ਸੀ, ਕਿਉਂਕਿ ਇੱਕ ਗੱਲ ਕਹੀ ਜਾਂਦੀ ਹੁੰਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੁਰੀ ਸਿਆਸਤਦਾਨ ਬਹੁਤ ਵਧੀਆ ਨੇ ਪਰ ਉਹ ਐਡਮਿਨਿਸਟ੍ਰੇਟਰ ਨਹੀਂ ਵਧੀਆ ਹੈਗੇ, ਉਹਨਾਂ ਦਾ ਕੰਟਰੋਲ ਨਹੀਂ ਰਹਿੰਦਾ ਅਫਸਰਾਂ ਦੇ ਉੱਤੇ ਕੋਈ। ਤੇ ਕੈਪਟਨ ਸਾਹਿਬ ਦੇ ਬਾਰੇ 'ਚ ਇਹ ਕਿਹਾ ਜਾਂਦਾ ਸੀਗਾ ਕਿ ਉਹ ਸਿਆਸੀ ਵਧੀਆ ਨਹੀਂ ਗੇ ਪਰ ਉਹ ਐਡਮਿਨਿਸਟ੍ਰੇਟਰ ਵਧੀਆ ਨੇ। ਇਸ ਵਾਰੀ ਉਹ ਲੱਗਦਾ ਕਿ ਜਿਵੇਂ ਬਾਦਲ ਸਾਹਿਬ ਦੀ ਰੂਹ ਜਿਹੜੀ ਕੈਪਟਨ ਸਾਹਿਬ 'ਚ ਆ ਗਈ, ਉਹ ਸਿਆਸੀ ਵਧੀਆ ਹੋ ਗਏ ਆ ਪਰ ਐਡਮਿਨਿਸਟ੍ਰੇਟਰ ਨਹੀਂ ਰਹੇ। ਜਿਹੜੀ ਉਹਨਾਂ ਦੀ ਪਹਿਚਾਣ ਸੀ ਉਹ ਪਹਿਚਾਣ ਉਹਨਾਂ ਨੇ ਛੱਡ ਦਿੱਤੀ ਆਪਣੀ। ਇਸ ਕਰਕੇ ਉਹਨਾਂ ਦੇ ਜਿਹੜੇ ਆਲੇ ਦੁਆਲੇ ਵਾਲੇ ਨੇ ਉਹ ਚੰਦ ਲੋਕ ਚਲਾਉਂਦੇ ਆ
ਇਸੇ ਕਰਕੇ ਕਾਂਗਰਸ ਦੇ ਅੰਦਰੋਂ ਜਿਹੜੀਆਂ ਪੈਦਾ ਹੋਈਆਂ ਬਾਗੀ ਸੁਰਾਂ ਨੇ ਉਹ ਕਾਂਗਰਸ ਦੇ ਵਾਸਤੇ ਮੁਸੀਬਤ ਬਣ ਰਹੀਆਂ ਨੇ। ਜਿਸ ਕਿਸਮ ਦੀ ਪ੍ਰੈਸ ਕਾਨਫਰੰਸ ਪ੍ਰਗਟ ਸਿੰਘ ਹੋਰਾਂ ਨੇ ਹੁਣ ਕਰਕੇ ਲਾਈ, ਇਹ ਬੜੇ ਵੱਡੇ ਸਵਾਲ ਨੇ। ਉਹਨਾਂ ਨੇ ਸਿੱਧਮ ਸਿੱਧਾ ਉਹਨਾਂ ਦੇ ਇੱਕ ਜਿਹੜਾ ਐਡਵਾਈਜ਼ਰ ਨੇ ਉਹਨਾਂ ਦੇ ਉੱਤੇ ਇਹ ਕਹਿਤਾ ਕਿ ਉਹਨਾਂ ਨੇ 7 ਸਟਾਰ ਬਣਾਇਆ ਹੋਇਆ ਮੈਰਿਜ ਪੈਲੇਸ ਜਾਂ ਉਹ 7 ਸਟਾਰ ਹੋਟਲ ਬਣਾਇਆ ਹੋਇਆ। ਉਹਨਾਂ ਨੇ ਇਹ ਵੀ ਕਹਿਤਾ ਕਿ ਰਾਣੋ ਵਾਲੇ ਸਰਪੰਚ ਦੇ ਨਾਲ ਫੋਟੋਆਂ ਉਹਨਾਂ ਦੇ ਇੱਕ ਜਿਹੜੇ ਐਡਵਾਈਜ਼ਰ ਦੀਆਂ ਦਿਖਾਈ ਦਿੱਤੀਆਂ ਸੀ। ਉਹਨਾਂ ਨੇ ਇਹ ਵੀ ਕਹਿਤਾ ਕਿ ਇੱਕ ਜਿਹੜਾ ਮੰਤਰੀ ਖਾਸਮ ਖਾਸ ਹੈ ਉਹਨੇ 2 ਵਾਰੀ ਮੁਆਵਜ਼ਾ ਲੈ ਲਿਆ ਜ਼ਮੀਨ ਦਾ, ਜਿਹੜੀ ਆਪਣੀ ਜ਼ਮੀਨ ਉਹਨਾਂ ਦੀ ਅਕਵਾਇਰ ਹੋਈ ਸੀ। ਇਹ ਸਵਾਲ ਬੜੇ ਗੰਭੀਰ ਨੇ। ਸਵਾਲ ਇਹ ਇਸ ਪੱਖੋਂ ਜਿਹੜਾ ਜੀ ਗੰਭੀਰ ਨੇ ਕਿ ਕਰਪਸ਼ਨ ਦੇ ਨਾਲ ਜੁੜੇ ਹੋਏ ਨੇ ਸਾਰੇ ਦੇ ਸਾਰੇ ਸਵਾਲ। ਤੇ ਹਾਲਾਂਕਿ ਕਪਤਾਨ ਸਾਹਿਬ ਜਿਹੜਾ ਕਿਸੇ ਕਿਸਮ ਦੇ ਡੋਜ਼ੀਅਰ ਤੋਂ ਇਨਕਾਰ ਕਰਦੇ ਨੇ ਕਿ ਮੈਂ ਕੋਈ ਡੋਜ਼ੀਅਰ ਨਹੀਂ ਉੱਥੇ ਲੈ ਕੇ ਗਿਆ, ਡਾਇਰੈਕਟਲੀ ਨਹੀਂ ਉਹ ਕਹਿੰਦੇ। ਜਿਹੜਾ ਉਹਨਾਂ ਦਾ ਜਵਾਬ ਆਇਆ ਉਹ ਉਹਨਾਂ ਦੇ ਮੀਡੀਆ ਐਡਵਾਈਜ਼ਰ ਦੇ ਟਵੀਟ ਦੇ ਰਾਹੀਂ ਆਇਆ। ਕਪਤਾਨ ਸਾਹਿਬ ਨੇ ਅਜੇ ਤੱਕ ਕਲੀਅਰ ਨਹੀਂ ਕੀਤਾ ਕਿ ਉਹ ਡੋਜ਼ੀਅਰ ਲੈ ਕੇ ਗਏ ਸੀ, ਕਿਉਂਕਿ ਇਹ ਗੱਲਾਂ ਤਾਂ ਉਸ ਦਿਨ ਦੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ ਨੇ ਕਿ ਬਹੁਤ ਸਾਰੀਆਂ ਫਾਈਲਾਂ ਲੈ ਕੇ ਗਏ ਉਹ। 33 ਜਾਣਿਆਂ ਦੀਆਂ ਫਾਈਲਾਂ ਨੇ। ਕੁਝ ਕੈਪਟਨ ਜਿਹੜੇ ਪ੍ਰਗਟ ਸਿੰਘ ਹੋਰੀ ਸੀ ਉਹ ਕਹਿੰਦੇ ਕਿ 40 ਜਾਣਿਆਂ ਦੀਆਂ ਨੇ, ਕਿ ਇਹਦੇ ਵਿੱਚ ਕਿਹੜੇ ਕਿਹੜੇ ਮੰਤਰੀਆਂ ਦੇ ਕਿਹੜੇ ਕਿਹੜੇ ਧੰਦੇ ਇਹਦੇ ਵਿੱਚ ਉਹ ਸ਼ਾਮਲ ਨੇ। ਇਹਦੇ ਸਵਾਲ ਨੇ ਖੜੇ ਕੀਤੇ ਗਏ। ਜੇ ਕਪਤਾਨ ਸਾਹਿਬ ਨੂੰ ਪਤਾ ਹੈ ਸਵਾਲ ਇਹ ਉੱਠ ਰਿਹਾ, ਫਿਰ ਉਹਨਾਂ ਨੇ ਕੰਟਰੋਲ ਕਿਉਂ ਨਹੀਂ ਕੀਤਾ? ਪ੍ਰਗਟ ਸਿੰਘ ਹੋਰਾਂ ਨੇ 1200 ਕਰੋੜ ਦਾ ਇੱਕ ਘਪਲੇ ਦਾ ਜਿਹੜਾ ਸੁਰਿੰਦਰ ਭਲਵਾਨ ਵਾਲਾ ਤੇ 2000 ਕਰੋੜ ਰੁਪਏ ਦਾ ਇੱਕ ਘਪਲਾ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ, ਇਹਦੀ ਵੀ ਜ਼ਿਕਰ ਕੀਤਾ ਕਿ ਇਹਨਾਂ ਦੇ ਉੱਤੇ ਕੁਝ ਵੀ ਜਿਹੜਾ ਉਹ ਨਹੀਂ ਕੀਤਾ ਗਿਆ। ਇਹ ਬੜੇ ਕਰਪਸ਼ਨ ਦੇ ਨਾਲ ਜੁੜੇ ਹੋਏ ਵੱਡੇ ਸਵਾਲ ਨੇ। ਇਹ ਨਹੀਂ ਸਮਝ ਆ ਰਹੀ ਕਿ ਕਾਂਗਰਸ ਜਿਹੜੀ ਆ ਉਹ ਕਿਹੜੇ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਵਾਪਸੀ ਕਰਨਾ ਚਾਹੁੰਦੀ ਹੈ, ਜਦੋਂ ਕਿ ਇੱਕ ਇੱਕ ਕਰਕੇ ਉਹਦੇ ਹੱਥੋਂ ਸੂਬੇ ਜਿਹੜੇ ਉਹ ਖਿਸਕਦੇ ਤੁਰੇ ਜਾ ਰਹੇ ਨੇ। ਔਰ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਉਹਦੀ ਲੀਡਰਸ਼ਿਪ ਹੈ, ਜਿਹੜੀ ਹਾਈ ਕਮਾਂਡ ਹੈ, ਉਹਦੀ ਪਕੜ ਜਿਹੜੀ ਆ ਉਹ ਕਿਤੇ ਨਾ ਕਿਤੇ ਓਨੀ ਮਜ਼ਬੂਤ ਨਹੀਂ ਰਹੀ। ਔਰ ਜਿਹੜਾ ਕਾਂਗਰਸੀ ਕਲਚਰ ਹੈ ਉਹ ਇਹ ਵੀ ਆ ਕਿ ਜਿਹੜੀਆਂ 2 ਪਾਵਰਾਂ ਨੇ ਉਹ ਖੜੀਆਂ ਰੱਖੋ। ਇਹ ਪੁਰਾਣਾ ਸਿਸਟਮ ਸੀਗਾ, ਅੱਜ ਵੀ ਉਸ ਤਰੀਕੇ ਦੇ ਨਾਲ ਚੱਲ ਰਹੀ ਹੈ ਕਿ ਇੱਕ ਜਿਹੜਾ ਪਾਵਰ ਹੈ ਉਹਨੂੰ ਬੂਸਟ ਦੇਈ ਚੱਲੋ, ਔਰ ਜਿਹੜੀ ਮੁਸੀਬਤ ਆ ਉਹਨੂੰ ਇੰਨੀ ਕੁ ਵੱਡੀ ਹੋ ਜਾਣ ਦਿਓ ਕਿ ਜ਼ਰੂਰਤ ਮਹਿਸੂਸ ਹੋਣ ਲੱਗੇ ਕਿ ਹੁਣ ਹਾਈ ਕਮਾਂਡ ਤੋਂ ਬਿਨਾਂ ਸਰਨਾ ਨਹੀਂ। ਇਹ ਉਹਦੀ ਪੁਰਾਣੀ ਜਿਹੜੀ ਉਹ ਸਟ੍ਰੈਟਜੀ ਹੈ। ਸ਼ਾਇਦ ਉਹ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹ ਕੰਮ ਨਾ ਕਰੇ, ਜਾਂ ਹੁਣ ਬਹੁਤਾ ਕੁਝ ਜਿਹੜਾ ਉਹ ਬਦਲ ਗਿਆ ਹੋਇਆ। ਇਸ ਕਰਕੇ ਜਿੱਥੇ ਇੱਕ ਸੱਤਾ ਹੈਗੀ ਆ ਉਹਦੇ ਕੋਲੇ ਕਾਂਗਰਸ ਦੇ, ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਲਾਰਾ ਪਿਆ ਹੋਇਆ। ਔਰ ਇਹ ਸ਼ਾਇਦ ਇਹ ਪਹਿਲੀ ਵਾਰੀ ਇਹੋ ਜਿਹਾ ਖਲਾਰਾ ਹੋਊਗਾ ਕਿ ਜਦੋਂ ਕੋਈ ਸੂਬਾ ਇਲੈਕਸ਼ਨਾਂ ਦੇ ਵਿੱਚ ਐਂਟਰ ਕਰ ਚੁੱਕਾ ਹੋਵੇ ਤੇ ਉਹਦੇ ਸੱਤਾ ਜਿਹੜੀ ਆ ਉਹ ਹਿੱਲੀ ਨਾ ਰਹੀ ਹੋਵੇ। ਹਿੱਲੀ ਤਾਂ ਵੈਸੇ ਪੂਰੇ 4.5 ਸਾਲ ਨਹੀਂ ਗਈ। ਇਸ ਵੇਲੇ ਜਿਹੜਾ ਉਹ ਨਸ਼ਿਆਂ ਦਾ ਮਾਮਲਾ ਉੱਥੇ ਹੀ ਬੋਲੀ ਜਾਂਦਾ। ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਜਿੰਨੀਆਂ ਫੜੀਆਂ ਗਈਆਂ ਨੇ, ਕਿਸੇ ਇੱਕ ਟਰਮ ਦੇ ਵਿੱਚ ਕਿਸੇ ਸਰਕਾਰ ਦੇ ਦੌਰਾਨ ਇੰਨੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਨਹੀਂ ਫੜੀਆਂ ਗਈਆਂ। ਤੁਸੀਂ ਸੋਚੋ ਕਿੱਡਾ ਵੱਡਾ ਰਗੜਾ ਜਿਹੜਾ ਉਹ ਆਬਕਾਰੀ ਵਿਭਾਗ ਨੂੰ, ਸਰਕਾਰ ਨੂੰ ਜਿਹੜਾ ਉਹ ਲੱਗ ਰਿਹਾ ਇਹਨਾਂ ਫੈਕਟਰੀਆਂ ਦੇ ਰੂਪ ਦੇ ਵਿੱਚ। ਔਰ ਕੀਤਾ ਕੀ ਜਾ ਰਿਹਾ, ਜੇ ਫੈਕਟਰੀ ਫੜੀ ਗਈ ਉੱਥੇ ਸਿੱਟ ਬਣਾ ਕੇ ਉਹ ਮਾਮਲਾ ਕਿਸੇ ਨਾ ਕਿਸੇ ਤਰੀਕੇ ਨਾਲ ਆਇਆ ਗਿਆ ਹੋ ਜਾਵੇ। ਆ ਲੇਟੈਸਟ ਜਿਹੜਾ ਉਹ ਬਾਦਲ ਪਿੰਡ ਵਾਲਾ ਹੈ, ਬਾਦਲ ਪਿੰਡ ਦੇ ਵਿੱਚ ਜਿਹੜੀ ਫੜੀ ਗਈ ਫੈਕਟਰੀ ਸ਼ਰਾਬ ਦੀ, ਨਕਲੀ ਸ਼ਰਾਬ ਦੀ, ਉੱਥੇ ਸਿੱਟ ਬਣਾ ਦਿੱਤੀ ਗਈ ਹੈ। ਉੱਥੇ ਸਿੱਟ ਬਣਾਉਣ ਦੀ ਕੀ ਜ਼ਰੂਰਤ ਸੀਗੀ? ਕਿ ਉੱਥੋਂ ਸਬੂਤ ਨਹੀਂ ਮਿਲੇ? ਸਭ ਕੁਝ ਮਿਲਿਆ। ਇਹ ਮਹਿਜ਼ ਜਿਹੜਾ ਉਹ ਕੋਸ਼ਿਸ਼ ਕੀਤੀ ਗਈ ਆ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਟਾਲ ਦਿੱਤਾ ਜਾਵੇ। ਹੁਣ ਜਿਹੜਾ ਸਵਾਲ ਇਹਦੇ ਵਿੱਚ ਇਹ ਵੀ ਆ ਰਿਹਾ ਕਿ ਜਿਹੜੀ 3 ਮੈਂਬਰੀ ਕਮੇਟੀ ਹੈ ਉਹ ਵੀ ਕੋਈ ਸੋਲਿਡ ਫੈਸਲਾ ਨਹੀਂ ਲੈ ਪਾ ਰਹੀ। ਔਰ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਬੇਅਦਬੀਆਂ ਵਾਲਾ ਮਾਮਲਾ ਹੈ ਇਹਦੇ ਉੱਤੇ ਤਾਂ ਮੁੱਖ ਮੰਤਰੀ ਹੀ ਫੈਸਲਾ ਕੋਈ ਲੈਣਗੇ। ਸਵਾਲ ਇਹਦੇ ਵਿੱਚ ਵੱਡਾ ਇਹ ਬਣੂਗਾ ਕਿ ਜੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲੈਣਾ ਹੁੰਦਾ ਤੇ ਉਹ ਸੱਤਾ ਸੰਭਾਲਦਿਆਂ ਸਾਰ ਲੈ ਲੈਂਦੇ। ਉਹ ਸਰਕਾਰ ਦੇ ਕੁਝ ਮਹੀਨੇ ਰਹਿੰਦਿਆਂ ਹੁਣ ਉਹ ਕਿਹੋ ਜਿਹਾ ਫੈਸਲਾ ਲੈ ਲੈਣਗੇ, ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ। ਔਰ ਇਹ ਸਵਾਲਾਂ ਦੇ ਨਾਲ ਕਾਂਗਰਸੀ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਕਿਵੇਂ ਜਾਣਗੇ। ਰਾਜਾ ਵੜਿੰਗ ਹੋਰਾਂ ਦਾ ਵਿਰੋਧ ਹੋਇਆ, ਹਾਲਾਂਕਿ ਰਾਜਾ ਵੜਿੰਗ ਹੋਰੀ ਮਹਿਜ਼ ਵਿਧਾਇਕ ਨੇ, ਉਹ ਮੰਤਰੀ ਮੰਡਲ ਦੇ ਵਿੱਚ ਤਾਂ ਹੈ ਨਹੀਂ ਗਏ ਕਿਸੇ ਜਗ੍ਹਾ ਦੇ ਉੱਤੇ, ਪਰ ਉਹਨਾਂ ਦਾ ਵਿਧਾਇਕ ਹੋਇਆ। ਸਵਾਲ ਉਹੀ ਨੇ, ਲੋਕ ਇਹ ਪੁੱਛਦੇ ਆ ਕਿ ਤੁਸੀਂ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ, ਤੁਸੀਂ ਸਾਰਾ ਕਰਜ਼ਾ ਮਾਫ ਦੀ ਗੱਲ ਕੀਤੀ ਸੀ, ਤੁਸੀਂ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ। ਅੱਜ ਨਸ਼ਾ ਤਾਂ ਉਹਨਾਂ ਹੀ ਵਿਕ ਰਿਹਾ
ਇਹ ਆਮ ਲੋਕਾਂ ਦੇ ਜਿਹੜੇ ਉਹ ਸਵਾਲ ਨੇ। ਮੈਂ ਤਾਂ ਕਿਹਾ ਸੀ ਕਿ ਓਵਰ ਕੌਨਫੀਡੈਂਟ ਦੇ ਵਿੱਚ ਹੈ ਜਿਹੜੀ ਕਾਂਗਰਸ, ਕਿ ਸਾਨੂੰ ਸਵਾਲ ਨਹੀਂ ਹੋਣੇ। ਸਵਾਲ ਵਿਧਾਇਕਾਂ ਨੂੰ ਵੀ ਹੋਣੇ ਆ, ਸਵਾਲ ਮੰਤਰੀਆਂ ਨੂੰ ਵੀ ਹੋਣੇ ਆ, ਸਵਾਲ ਜੇ ਕੁਝ ਲੋਕਾਂ ਦੀ ਟਿਕਟ ਕੱਟ ਕੇ ਕਿਸੇ ਨਵੇਂ ਨੂੰ ਦਿੱਤੀ ਗਈ ਤਾਂ ਸਵਾਲ ਉਹਨਾਂ ਨੂੰ ਵੀ ਜਿਹੜੇ ਉਹ ਹੋਣੇ ਆ। ਔਰ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਜਿੰਨਾ ਡਿਲੇ ਕਰ ਰਹੀ ਹੈ, ਪਹਿਲਾਂ ਤਾਂ ਉਹਨੇ ਇੱਥੇ ਇਸ ਸਮੱਸਿਆ ਨੂੰ ਵੱਡੀ ਹੋਣ ਦਿੱਤਾ। ਜਿੰਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਹੋਰੀ ਟਵੀਟ ਕਰਦੇ ਰਹੇ, ਪ੍ਰੈਸ ਕਾਨਫਰੰਸਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ, ਕਿਸੇ ਨੇ ਕੋਈ ਦਖਲ ਨਹੀਂ ਦਿੱਤਾ। ਹੁਣ ਦਖਲ ਦਿੱਤਾ ਤਾਂ ਇੰਨਾ ਲੰਮਾ ਚੌੜਾ ਹੋ ਗਿਆ ਕਿ ਇੰਨੇ ਦਿਨ ਉਹ ਕਮੇਟੀ ਕੱਲੇ ਕੱਲੇ ਤੋਂ ਪੁੱਛਦੀ ਰਹੀ। ਅਜੇ ਵੀ ਅੱਜ ਦਿੱਤੀ ਜਾ ਰਹੀ ਹੈ ਰਿਪੋਰਟ, ਭਲਕੇ ਦਿੱਤੀ ਜਾ ਰਹੀ ਆ, ਪਰਸੋਂ ਨੂੰ ਦਿੱਤੀ ਜਾਊਗੀ, 3 ਦਿਨ ਨੂੰ ਦਿੱਤੀ ਜਾਊਗੀ। ਜਿੰਨਾ ਇਹਦੇ ਵਿੱਚ ਡਿਲੇ ਜਿਹੜਾ ਉਹ ਕੀਤਾ ਜਾ ਰਿਹਾ, ਓਨਾ ਹੀ ਇੱਥੇ ਨੁਕਸਾਨ ਕਾਂਗਰਸ ਦਾ ਹੁੰਦਾ ਤੁਰਿਆ ਜਾ ਰਿਹਾ। 2022 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹ ਕਿਹੋ ਜਿਹੀਆਂ ਹੋਣਗੀਆਂ ਅਜੇ ਕੁਛ ਨਹੀਂ ਜਿਹੜਾ ਉਹ ਕਿਹਾ ਜਾ ਸਕਦਾ। ਪਰ ਕਾਂਗਰਸ ਦਾ ਜੋ ਹਾਲਾਤ ਪੂਰੇ ਮੁਲਕ ਦੇ ਵਿੱਚ ਬਣਦੇ ਤੁਰੇ ਜਾ ਰਹੇ ਆ, ਉਹ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ 24 ਦੀਆਂ ਚੋਣਾਂ ਨੇ ਉਹਦੇ ਵਿੱਚ ਖੇਤਰੀ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਦਾ ਸ਼ਾਇਦ ਰੋਲ ਵੱਡੇ ਰੂਪ ਦੇ ਵਿੱਚ ਵੇਖਿਆ ਜਾਊਗਾ। ਔਰ ਇੱਕ ਕਿਸਮ ਦੇ ਨਾਲ ਮਮਤਾ ਬੈਨਰਜੀ ਹੋਰੀ ਜਿਹੜੇ ਸਟੈਪ ਬਾਈ ਸਟੈਪ ਜਿਵੇਂ ਜਿਸ ਤਰੀਕੇ ਦੇ ਨਾਲ ਚੱਲ ਰਹੇ ਨੇ, ਕਿਸਾਨ ਆਗੂ ਰਕੇਸ਼ ਟਕੈਤ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ, ਇਹਦੇ ਬਹੁਤ ਵੱਡੇ ਮਾਇਨੇ ਕੱਢੇ ਜਾ ਸਕਦੇ ਆ ਕਿ ਹੌਲੀ ਹੌਲੀ ਜਿਨ੍ਹਾਂ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਉਹ ਪੈਰ ਪਸਾਰਨਗੇ। ਘੱਟੋ ਘੱਟ ਰੀਜਨਲ ਪਾਰਟੀ ਜਿਹੜੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਉਹ ਤੁਰਨਗੇ। ਜੇ ਉਹ ਨਾਲ ਲੈ ਕੇ ਤੁਰਦੇ ਆ ਤਾਂ ਇੱਕ ਵੱਡਾ ਗੱਠਜੋੜ ਆ ਸਕਦਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸਮਾਜਵਾਦੀ ਪਾਰਟੀ ਇਸ ਵੇਲੇ ਆਪਣਾ ਜਗ੍ਹਾ ਜਿਹੜੀ ਆ ਉਹ ਬਣਾ ਰਹੀ ਆ ਵੱਡੇ ਰੂਪ ਦੇ ਵਿੱਚ। ਤੇਜਸਵੀ ਯਾਦਵ ਨੇ ਜਿਹੜੀ ਉਹ ਜਗ੍ਹਾ ਬਿਹਾਰ ਦੀ ਰਾਜਨੀਤੀ ਦੇ ਵਿੱਚ ਆਪਣੀ ਬਣਾਈ ਆ। ਲਾਲੂ ਪ੍ਰਸਾਦ ਯਾਦਵ ਹੋਰੀ ਜੇਲ੍ਹ ਚੋਂ ਬਾਹਰ ਆ ਚੁੱਕੇ ਹੋਏ ਨੇ। ਬੇਸ਼ੱਕ ਉਹਨਾਂ ਦੀ ਉਮਰ, ਉਹਨਾਂ ਦੀ ਬਿਮਾਰੀ ਜਿਹੜੀ ਆ ਉਹਨਾਂ ਨੂੰ ਉਹਨਾਂ ਐਕਟਿਵ ਨਾ ਰੱਖ ਸਕੇ, ਪਰ ਲਾਲੂ ਪ੍ਰਸਾਦ ਯਾਦਵ ਹੋਰਾਂ ਦੀ ਜਿਹੜੀ ਰਾਜਨੀਤੀ ਆ ਉਹ ਗੱਠਜੋੜ ਕਰਨ ਦੇ ਵਿੱਚ ਉਹ ਬਹੁਤ ਮਾਹਰ ਨੇ। ਤੋ ਇਹ ਜੇ ਖੇਤਰੀ ਪਾਰਟੀਆਂ ਜਿਹੜੀਆਂ ਉਹ ਗੱਠਜੋੜ ਕਰਦੀਆਂ ਨੇ ਤੇ ਇਹ ਕਾਂਗਰਸ ਦੇ ਵਾਸਤੇ ਇੱਕ ਵੱਡੀ ਜਿਹੜੀ ਆ ਉਹ ਚੁਣੌਤੀ ਬਣ ਜਾਣਗੀਆਂ, ਜਿਹਦੇ ਵਿੱਚ ਇਹ ਜਿਹੜੇ ਖੇਤਰੀ ਪਾਰਟੀਆਂ ਦੇ ਗੱਠਜੋੜ ਨੇ ਉਹ ਲੈਸ ਦੈਨ ਕਾਂਗਰਸ ਵੀ ਹੋ ਸਕਦੇ ਆ, ਜਿਸ ਤਰੀਕੇ ਦੇ ਹਾਲਾਤ ਬਣਦੇ ਤੁਰੇ ਜਾ ਰਹੇ ਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।